इथों केवल सिंह ढिल्लों की टिकट कट दी गई, तुहानू टिकट दी गई है, रस्ता कितना कुछ मुश्किल लगता है? ਇਹ ਇਲੈਕਸ਼ਨ ਮੇਰਾ ਇਕੱਲੇ ਦਾ ਇਲੈਕਸ਼ਨ ਨਹੀਂ ਹੈ, ਇਹ ਪਾਰਟੀ ਦਾ ਇਲੈਕਸ਼ਨ ਹੈ। ਮੈਂ ਧੰਨਵਾਦ ਕਰਦਾ ਹਾਂ ਕਾਂਗਰਸ ਲੀਡਰਸ਼ਿਪ ਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਹੈ। ਤੁਸੀਂ ਕਿਹਾ ਕਿ ਸਾਰੇ ਹੀ ਪਾਰਟੀ ਦੇ ਆਗੂ ਤੇ ਵਰਕਰ ਤੁਹਾਡੇ ਨਾਲ ਹੈ, ਕੇਵਲ ਸਿੰਘ ਢਿੱਲੋਂ ਤੁਹਾਡੇ ਨਾਲ ਨੇ? ਬਿਲਕੁਲ ਨਾਲ ਨਹੀਂ ਜੀ, ਉਹਨਾਂ ਦਾ ਆਸ਼ੀਰਵਾਦ ਮੈਨੂੰ ਜ਼ਰੂਰ ਮਿਲੇਗਾ। ਆਸ਼ੀਰਵਾਦ ਨਹੀਂ ਹੈ, ਉਹ ਵਿਰੋਧ ਕਰ ਰਹੇ ਨੇ। ਮੈਂ ਨਹੀਂ ਮੰਨਦਾ ਜੀ ਉਹ ਵਿਰੋਧ ਕਰ ਰਹੇ ਨੇ ਤੇ ਤੁਹਾਡੇ ਨਾਲ ਵੀ ਨਹੀਂ ਖੜੇ? ਉਹ ਦਿਲੋਂ ਮੇਰੇ ਪੂਰੇ ਨਾਲ ਨੇ। नहीं इलैक्शन ਦੇ ਵਿੱਚ ਮਨੀਸ਼ੀ ਦਿਲੋਂ ਨਾਲ ਹੋਣਾ ਨਹੀਂ ਹੁੰਦਾ, ਇਲੈਕਸ਼ਨ ਦੇ ਵਿੱਚ ਹੁੰਦਾ ਕਿ ਸਾਹਮਣੇ ਨਾਲ ਹੋਣਾ। ਜਦੋਂ ਬੰਦਾ ਤੁਹਾਡੇ ਨਾਲ ਸਾਹਮਣੇ ਹੁੰਦਾ ਤਾਂ ਵੋਟਾਂ ਪੈਂਦੀਆਂ। ਇਹ ਵਾਅਦਾ ਕਰਦੇ ਹੋ ਤੁਸੀਂ, ਕੈਮਰੇ ਤੇ ਔਨ ਰਿਕਾਰਡ ਹੈ? ਬਿਲਕੁਲ, ਮੈਨੂੰ ਪੂਰਾ ਵਿਸ਼ਵਾਸ ਹੈ। ਅਸੀਂ ਨਹੀਂ ਤਾਂ 2 ਦਿਨਾਂ ਬਾਅਦ ਫੇਰ ਆ ਜਾਣਾ। ਵਿਧਾਨ ਸਭਾ ਹਲਕਾ ਭਦੌੜ ਤੋਂ ਲੜ ਰਹੇ ਨੇ ਚਰਨਜੀਤ ਸਿੰਘ ਚੰਨੀ ਤੇ ਕੁਝ ਕੁ ਦੂਰੀ ਤੇ ਜਾ ਕੇ ਧੂਰੀ ਆਉਂਦਾ ਜਿੱਥੇ ਭਗਵੰਤ ਮਾਨ ਲੜ ਰਹੇ ਨੇ ਤੇ ਉਸ ਦਾ ਫਾਇਦਾ ਵੀ ਮੀਤ ਹੇਅਰ ਨੂੰ ਮਿਲ ਸਕਦਾ ਹੈ। ਲੋਕ ਕਹਿੰਦੇ ਨੇ ਕਿ 5 ਸਾਲ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ, ਸਰਕਾਰ ਕਾਂਗਰਸ ਦੀ ਰਹੀ, ਹੁਣ ਫਿਰ ਤੁਸੀਂ ਵੋਟਾਂ ਕਿਹੜੇ ਆਧਾਰ ਤੇ ਮੰਗ ਰਹੇ ਹੋ? ਬਰਨਾਲੇ ਦਾ ਸਵਾਲ ਹੈ ਕਿ ਕੁਝ ਬਸਤੀਆਂ ਇਹੋ ਜਿਹੀਆਂ ਵੀ ਨੇ ਜਿੱਥੇ ਸਿਰਫ ਲੋਕਾਂ ਦੇ ਕੋਲੇ ਵੋਟਰ ਕਾਰਡ ਤਾਂ ਹੈਗੇ ਨੇ ਪਰ ਸਹੂਲਤਾਂ ਦੇ ਨਾਮ ਤੇ ਕੁਝ ਨਹੀਂ। ਕੀ ਉਹ ਸਿਰਫ ਵੋਟਾਂ ਹੀ ਨੇ? ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਜਸਮੀਤ। ਬੋਲੋ ਨੇਤਾ ਜੀ ਪ੍ਰੋਗਰਾਮ ਦੀ ਲੜੀ ਦੇ ਤਹਿਤ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਬਰਨਾਲਾ। ਇੱਥੇ ਫਾਈਟ ਹੈ ਜਿਹੜੀ ਬੜੀ ਰੋਚਕ ਹੁੰਦੀ ਜਾ ਰਹੀ ਹੈ ਕਿਉਂਕਿ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਦੇ ਦਿੱਤੇ ਗਏ ਨੇ ਤੇ ਕਾਂਗਰਸ ਦੇ ਵੱਲੋਂ ਇਸ ਵਾਰ ਨਵੇਂ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਮਨੀਸ਼ ਬਾਂਸਲ ਸਾਡੇ ਨਾਲ ਮੌਜੂਦ ਨਹੀਂ। ਇਹਨਾਂ ਦੇ ਫਾਦਰ ਸਾਹਿਬ ਪਵਨ ਬਾਂਸਲ ਰੇਲ ਮੰਤਰੀ ਰਹੇ ਨੇ ਤੇ ਹੁਣ ਉਹਨਾਂ ਦੇ ਸੁਪੁੱਤਰ ਮਨੀਸ਼ ਬਾਂਸਲ ਚੋਣ ਮੈਦਾਨ ਦੇ ਵਿੱਚ ਨੇ। ਬਹੁਤ ਬਹੁਤ ਸਵਾਗਤ ਮਨੀਸ਼ ਜੀ। ਬਹੁਤ ਬਹੁਤ ਧੰਨਵਾਦ ਮੈਮ। ਮੇਰਾ ਸਭ ਤੋਂ ਪਹਿਲਾ ਸਵਾਲ ਕਿ ਮੁੱਖ ਚੋਣ ਮੁੱਦੇ ਕਿਹੜੇ ਨੇ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਲੋਕਾਂ ਤੋਂ ਵੋਟਾਂ ਮੰਗ ਰਹੇ ਹੋ? ਮੈਮ ਜੇ ਆਪਾਂ ਗੱਲ ਕਰੀਏ ਮੁੱਖ ਸਾਡੇ ਜਿਹੜੇ ਮੋਸਟ ਇੰਪੋਰਟੈਂਟ ਇੱਥੇ ਦੇ ਮੁੱਦੇ ਨੇ, ਮੈਨੂੰ ਲੱਗਦਾ ਕਿ ਡਿਵੈਲਪਮੈਂਟ ਇਜ਼ ਦੀ ਮੋਸਟ ਇੰਪੋਰਟੈਂਟ ਥਿੰਗ। ਜੇ ਮੈਂ ਗੱਲ ਕਰਾਂ ਇਸ਼ੂਜ਼ ਨੂੰ ਲੈ ਕੇ, ਲੋਕਾਂ ਦੀ ਇੱਕ ਬਹੁਤ ਵੱਡੀ ਇੱਥੇ ਮੰਗ ਹੈ ਕਿ ਸਾਡੇ ਹਲਕੇ ਵਿੱਚ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਹੋਵੇ। ਮੈਂ ਇਹ ਵੀ ਸਮਝਦਾ ਹਾਂ ਕਿ ਸਾਨੂੰ ਇੱਕ IT ਪਾਰਕ ਦੀ ਇੱਥੇ ਲੋੜ ਹੈ। ਇਹ ਮੇਰੀ ਆਪਣੀ ਸੋਚ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ IT ਇਜ਼ ਦਾ ਫਿਊਚਰ। ਅੱਜ ਦੇ ਨੌਜਵਾਨਾਂ ਨੂੰ ਇਹ ਜਿਹੇ ਸਾਧਨ ਉਹਨਾਂ ਦੇ ਵਿੱਚ ਹੋਣੇ ਚਾਹੀਦੇ ਨੇ ਜਿਹਦੇ ਰਾਹੀਂ ਉਹ ਕੰਪਿਊਟਰ ਦੇ ਜ਼ਰੀਏ, ਅਬ ਤੁਸੀਂ ਜਾਣਦੇ ਹੋ ਅਸੀਂ ਵੇਖਿਆ ਕਿ ਕਿਸ ਤਰ੍ਹਾਂ ਸਾਡੇ ਨੌਜਵਾਨ ਸਾਥੀ ਇੱਕ ਨਵਾਂ ਆਈਡੀਆ ਲੈ ਕੇ ਆਉਂਦੇ ਨੇ, ਇੱਕ ਸਟਾਰਟਅਪ ਬਣਾਉਂਦੇ ਨੇ ਤੇ ਬਹੁਤ ਥੋੜ੍ਹੇ ਸਮੇਂ ਵਿੱਚ ਉਹ ਬਹੁਤ ਵੱਡਾ ਆਪਦਾ ਨਾਂ ਤੇ ਆਪਦੇ ਦੇਸ਼ ਦਾ ਨਾਂ ਕਰਦੇ ਨੇ। ਉਹ ਸਾਰੀ ਚੀਜ਼ਾਂ ਇਸ ਕਰਕੇ ਹੋ ਪਾਈਆਂ ਨੇ ਕਿਉਂਕਿ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਰਹੀਆਂ। ਮੈਂ ਸਮਝਦਾ ਸਾਨੂੰ ਇੱਥੇ ਡਿਗਰੀ ਕਾਲਜਿਸ ਦੀ ਲੋੜ ਹੈ, ਇੱਥੇ ਇੱਕ ਸਪੋਰਟਸ ਕੰਪਲੈਕਸ ਦੀ ਵੀ ਲੋੜ ਹੈ ਤੇ ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਕਿ ਇੱਥੇ ਸਾਡੇ ਵਿੱਚ ਇੱਕ ਐਗਰੀਕਲਚਰ ਰਿਸਰਚ ਸੈਂਟਰ ਕੁਝ ਇਸ ਤਰ੍ਹਾਂ ਦੀ ਚੀਜ਼ ਖੋਲ੍ਹੀ ਜਾਵੇ ਜਾਂ ਕੋਈ ਸੈਟੇਲਾਈਟ ਸੈਂਟਰ ਖੋਲ੍ਹਿਆ ਜਾਵੇ ਜਿਹਦੇ ਰਾਹੀਂ ਅਸੀਂ ਕਿਸਾਨ ਭਰਾਵਾਂ ਨੂੰ ਨਵੀਂ ਤਕਨੀਕਾਂ ਸਿਖਾ ਸਕੀਏ ਤਾਂ ਕਿ ਆਪਦੀ ਕ੍ਰੌਪ ਡਾਇਵਰਸੀਫਿਕੇਸ਼ਨ ਕਰਕੇ ਉਹ ਨਵੀਂ ਕ੍ਰੌਪਸ ਨੂੰ ਅਡਾਪਟ ਕਰਨ, ਕੈਸ਼ ਕ੍ਰੌਪਸ ਨੂੰ ਅਡਾਪਟ ਕਰਨ ਜਿਹਦੇ ਰਾਹੀਂ ਉਹਨਾਂ ਨੂੰ ਚੰਗੀ ਉਹਨਾਂ ਦੀ ਕੀਮਤ ਮਿਲੇ। ਪਰ ਇੱਥੇ ਸਵਾਲ ਮਨੀਸ਼ ਜੀ ਇਹ ਹੈ ਕਿ ਤੁਸੀਂ ਕਿਹਾ ਕਿ ਤੁਸੀਂ ਇਹ ਚੀਜ਼ਾਂ ਕਰਨੀਆਂ ਚਾਹੁੰਦੇ ਹੋ, 5 ਸਾਲ ਤੁਹਾਡੀ ਸਰਕਾਰ ਰਹੀ, ਠੀਕ ਹੈ, ਤੇ ਇਹ ਚੀਜ਼ਾਂ ਉਦੋਂ ਕਿਉਂ ਨਹੀਂ ਹੋਈਆਂ, ਹੁਣ ਕਿਉਂ? ਮੈਂ ਜੀ ਇਹਦਾ ਸਿੱਧਾ ਬਲੇਮ ਦੇਵਾਂਗਾ ਲੋਕਲ MLA ਨੂੰ। ਉਹਨੇ ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤੀ ਕੁਝ ਵੀ ਕੰਮ ਇੱਥੇ ਕਰਾਉਣ ਦੀ। ਢਿੱਲੋਂ ਸਾਹਿਬ ਸਾਡੇ ਜਿਹੜੇ ਪਿਛਲੇ ਚੋਣ ਲੜੇ ਸੀ, ਚਾਹੇ ਉਹ ਹਾਰ ਗਏ, ਲੇਕਿਨ ਉਹ ਫਿਰ ਵੀ ਮੈਂ ਕਹਿਣਾ ਚਾਹੁੰਦਾ ਉਹਨਾਂ ਨੇ ਲੋਕਾਂ ਵਿੱਚ ਰਹਿ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਇਹ MLA ਦੀ ਡਿਊਟੀ ਬਣਦੀ ਹੈ ਕਿ ਸਰਕਾਰ ਕੋਲ ਜਾਵੇ, ਸਰਕਾਰ ਵਿੱਚ ਜਾ ਕੇ ਗੱਲਾਂ ਲੋਕਾਂ ਦੀ ਚੁੱਕੇ, ਲੇਕਿਨ ਉਹਨਾਂ ਨੇ ਕੰਮ ਉਹ ਤਾਂ ਕਹਿੰਦੇ ਸਾਡੀ ਸੁਣੀ ਨਹੀਂ ਗਈ। ਮੈਂ ਦੱਸਣਾ ਚਾਹੁੰਦਾ ਬਹੁਤ ਚੰਗੀ ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛਿਆ, ਆਈ ਮਸਟ ਥੈਂਕ ਯੂ ਫॉर दैट। ਉਹ ਇੱਕ ਇਹ ਜੀ ਇੰਪੋਰਟੈਂਟ ਕਮੇਟੀ ਦੇ ਚੇਅਰਮੈਨ ਸਨ ਜਿਹਦਾ ਨਾਮ ਹੈਗਾ ਪਬਲਿਕ ਅਕਾਊਂਟਸ ਕਮੇਟੀ। ਤੁਸੀਂ ਜ਼ਰੂਰ ਜਾਣਦੇ ਹੋ ਪਬਲਿਕ ਅਕਾਊਂਟਸ ਕਮੇਟੀ ਦਾ ਜਿਹੜਾ ਦਾਇਰਾ ਬਹੁਤ ਵੱਡਾ ਹੁੰਦਾ ਹੈ। ਉਹ ਕਮੇਟੀ ਕੋਲ ਪੂਰੀ ਸਰਕਾਰ ਦੇ ਖਰਚੇ ਦਾ ਬਿਊਰਾ ਆਉਂਦਾ ਹੈ, ਸਾਰੇ ਅਫਸਰ ਉਹਨਾਂ ਕੋਲ ਆਉਂਦੇ ਨੇ। ਜੇ ਉਹ ਚਾਹਣ ਤਾਂ ਕੁਝ ਵੀ ਕਰਾ ਸਕਦੇ ਸੀ। ਤੁਸੀਂ ਹੋਰ ਗੱਲਾਂ ਛੱਡੋ ਕਿ MLA ਸੜਕਾਂ ਨਹੀਂ ਬਣਾ ਸਕਦਾ, ਕਿ MLA ਡਰੇਨੇਜ ਨਹੀਂ ਪਵਾ ਸਕਦਾ। ਇਹ ਸਿਰਫ ਝੂਠੇ ਵਾਅਦੇ ਨੇ, ਧੋਖਾ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੀ ਰਹੀ ਆਮ ਆਦਮੀ ਪਾਰਟੀ। ਪਿਛਲੀ ਵਾਰ ਲੋਕੀ ਉਹਨਾਂ ਦੀ ਝੂਠੇ ਵਾਅਦੇ ਦੇ ਸ਼ਿਕਾਰ ਹੋਏ ਨੇ ਤੇ ਲੋਕੀ ਜਾਣਦੇ ਨੇ ਕਿ ਇਹ ਸਿਰਫ ਝੂਠੀ ਪਾਰਟੀ ਹੈ। ਲੋਕਾਂ ਹੁਣ ਇਸ ਵਾਰ ਲੋਕਾਂ ਨੇ ਮਨ ਬਣਾਇਆ ਕਿ ਉਹਨਾਂ ਨੇ ਝੂਠੇ ਵਾਅਦੇ ਵਿੱਚ ਨਹੀਂ ਫਸਣਾ। ਇਥੋਂ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਦਿੱਤੀ ਗਈ, ਤੁਹਾਨੂੰ ਟਿਕਟ ਦਿੱਤੀ ਗਈ ਹੈ, ਰਸਤਾ ਕਿੰਨਾ ਕੁ ਮੁਸ਼ਕਿਲ ਲੱਗਦਾ? ਇਲੈਕਸ਼ਨ ਨੇ ਜੀ ਮੁਸ਼ਕਿਲ ਤਾਂ ਹੁੰਦੇ ਹੀ ਨੇ। ਕੋਈ ਵੀ ਇਲੈਕਸ਼ਨ ਕਦੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਬਹੁਤ ਸੌਖਾ ਹੈ। ਮੈਂ ਇੱਥੇ ਆਇਆ, ਮਿਹਨਤ ਕਰਦਾ ਪਿਆ, ਬਹੁਤ ਜ਼ਿਆਦਾ ਮੈਨੂੰ ਲੋਕਾਂ ਦਾ ਪਿਆਰ ਆਸ਼ੀਰਵਾਦ ਮਿਲਦਾ ਪਿਆ। ਪੂਰੀ ਪਾਰਟੀ ਮੈਂ ਕਹਾਂਗਾ ਇਕਜੁੱਟ ਹੈ, ਸਾਰੇ ਮੇਰੇ ਨਾਲ ਖੜੇ ਨੇ। ਇਹ ਇਲੈਕਸ਼ਨ ਮੇਰਾ ਇਕੱਲੇ ਦਾ ਇਲੈਕਸ਼ਨ ਨਹੀਂ ਹੈ, ਇਹ ਪਾਰਟੀ ਦਾ ਇਲੈਕਸ਼ਨ ਹੈ। ਮੈਂ ਧੰਨਵਾਦ ਕਰਦਾ ਹਾਂ ਕਾਂਗਰਸ ਲੀਡਰਸ਼ਿਪ ਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਆਪਦੇ ਪੁਰਖਾਂ ਦੀ ਜਨਮ ਭੂਮੀ ਹੁਣ ਆਪਦੀ ਕਰਮ ਭੂਮੀ ਵਿੱਚ ਆ ਕੇ ਲੋਕਾਂ ਦੀ ਸੇਵਾ ਕਰ ਸਕਾਂ। ਲੋਕਾਂ ਦੇ ਮਨ 'ਚ ਹੋ ਸਕਦਾ ਤੁਸੀਂ ਪਹਿਲਾਂ ਸ਼ਾਇਦ ਸੁਣਿਆ ਹੋਵੇ ਲੋਕੀ ਕਹਿੰਦੇ ਨੇ ਜੀ ਕਿ ਆਊਟਸਾਈਡਰ ਨੇ। ਮੈਂ ਦੱਸਣਾ ਚਾਹੁੰਦਾ ਕਿ ਇਹ ਮੇਰੀ ਮਿੱਟੀ ਹੈ, ਸਾਡੀ ਜੜ੍ਹਾਂ ਨੇ। ਇਹ ਸਵਾਲ ਹੁਣ ਚੁੱਕਿਆ ਜਾ ਰਿਹਾ ਕਿ ਮਨੀਸ਼ ਬੰਸਲ ਬਾਹਰਲਾ ਹੈ। ਕਿਸੇ ਨੇ ਪਹਿਲਾਂ ਕਦੇ ਇਹ ਨਹੀਂ ਪੁੱਛਿਆ ਕਿ ਮਨੀਸ਼ ਬੰਸਲ ਬਰਨਾਲੇ ਆਂਦਾ ਸੀ ਕਿ ਨਹੀਂ, ਉਹਦੇ ਇੱਥੇ ਰਿਸ਼ਤੇਦਾਰ ਹੈ ਕਿ ਨਹੀਂ, ਉਹਦਾ ਘਰ ਹੈ ਕਿ ਨਹੀਂ। ਤਪਾ
ਸਾਡਾ ਆਪਣਾ ਜੱਦੀ ਇਲਾਕਾ ਹੈ, ਤੁਸੀਂ ਜਾਣਦੇ ਹੋ ਤਪਾ ਬਿਲਕੁਲ ਨਾਲ ਦਾ ਇਲਾਕਾ ਹੈ ਤੇ ਲੋਕੀ ਜਾਣਦੇ ਨੇ ਕਿ ਸਾਡੇ ਪਰਿਵਾਰ ਨੇ ਲੋਕਾਂ ਵਿੱਚ ਰਹਿ ਕੇ ਕੰਮ ਕੀਤਾ ਹੈ, ਕੰਮ ਕਰਾਉਣਾ ਸਾਨੂੰ ਆਂਦਾ ਹੈ ਤੇ ਇਸ ਕਰਕੇ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਹੈ। ਲੋਕਾਂ ਨੂੰ ਕੰਮ ਚਾਹੀਦੇ ਨੇ, ਲੋਕਾਂ ਨੂੰ ਇਕੱਲਾ ਇਹੋ ਜਿਹਾ ਐਮਐਲਏ ਨਹੀਂ ਚਾਹੀਦਾ ਜਿਹੜਾ ਲੋਕਾਂ ਦੇ ਵਿਆਹਾਂ ਵਿੱਚ ਤੁਰਾ ਫਿਰੇ। ਵਿਆਹਾਂ ਜਾਣਾ ਬਹੁਤ ਜ਼ਰੂਰੀ ਹੈ, ਲੇਕਿਨ ਐਮਐਲਏ ਦਾ ਰੋਲ ਇਕੱਲਾ ਇਹ ਨਹੀਂ ਕਿ ਲੋਕਾਂ ਦੇ ਵਿਆਹ ਵਿੱਚ ਪਹੁੰਚੇ ਜਾਂ ਕਿਸੇ ਦੇ ਘਰ ਕਿਸੇ ਹੋਰ ਕਾਰਨ ਪਹੁੰਚੇ। ਐਮਐਲਏ ਨੂੰ ਕੰਮ ਕਰਾਉਣਾ ਚਾਹੀਦਾ ਹੈ ਤੇ ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਆਪਣੇ ਵਿੱਚ ਹਿੰਮਤ ਰੱਖਦਾ ਹੈ ਕੰਮ ਕਰਾਉਣ ਦੀ। ਤੁਸੀਂ ਕਿਹਾ ਕਿ ਸਾਰੇ ਹੀ ਪਾਰਟੀ ਦੇ ਆਗੂ ਤੇ ਵਰਕਰ ਤੁਹਾਡੇ ਨਾਲ ਹੈ, ਕੇਵਲ ਸਿੰਘ ਢਿੱਲੋਂ ਤੁਹਾਡੇ ਨਾਲ ਨੇ? ਬਿਲਕੁਲ ਨਾਲ ਨੇ ਜੀ, ਉਹਨਾਂ ਦਾ ਆਸ਼ੀਰਵਾਦ ਮੈਨੂੰ ਜ਼ਰੂਰ ਮਿਲੇਗਾ। ਉਹ ਵੱਡੇ ਨੇ, ਮੇਰੇ ਸੀਨੀਅਰ ਨਹੀਂ, ਤੁਸੀਂ ਕਿਹਾ ਆਸ਼ੀਰਵਾਦ ਮਿਲੇਗਾ, ਮਤਲਬ ਆਸ਼ੀਰਵਾਦ ਨਹੀਂ ਹੈ, ਉਹ ਵਿਰੋਧ ਕਰ ਰਹੇ ਨੇ। ਮੈਂ ਨਹੀਂ ਮੰਨਦਾ ਜੀ ਉਹ ਵਿਰੋਧ ਕਰ ਰਹੇ ਨੇ, ਉਹ ਵੱਡੇ ਤੇ ਤੁਹਾਡੇ ਨਾਲ ਵੀ ਨਹੀਂ ਖੜੇ? ਮੈਂ ਨਹੀਂ ਮੰਨਦਾ ਮੇਰੇ ਨਾਲ ਨਹੀਂ ਖੜੇ, ਉਹ ਦਿਲੋਂ ਮੇਰੇ ਪੂਰੇ ਨਾਲ ਨੇ ਤੇ ਉਹ ਮੇਰੇ ਨਹੀਂ ਸੀਨੀਅਰ ਨੇ। ਇਲੈਕਸ਼ਨ ਦੇ ਵਿੱਚ ਮਨੀਸ਼ੀ ਦਿਲੋਂ ਨਾਲ ਹੋਣਾ ਨਹੀਂ ਹੁੰਦਾ, ਇਲੈਕਸ਼ਨ ਦੇ ਵਿੱਚ ਹੁੰਦਾ ਕਿ ਸਾਹਮਣੇ ਨਾਲ ਹੋਣਾ। ਜਦੋਂ ਬੰਦਾ ਤੁਹਾਡੇ ਨਾਲ ਸਾਹਮਣੇ ਹੁੰਦਾ ਤਾਂ ਵੋਟਾਂ ਪੈਂਦੀਆਂ। ਇੱਕ ਦੋ ਦਿਨਾਂ ਚੋਂ ਨਾਲ ਵੀ ਹੋਣ, ਇਹ ਵਾਅਦਾ ਕਰਦੇ ਹੋ ਤੁਸੀਂ? ਕੈਮਰੇ ਤੇ ਔਨ ਰਿਕਾਰਡ ਹੈ। ਬਿਲਕੁਲ, ਮੈਨੂੰ ਪੂਰਾ ਵਿਸ਼ਵਾਸ ਹੈ, ਉਹ ਮੇਰੇ ਵੱਡੇ ਨੇ, ਮੇਰੇ ਸੀਨੀਅਰ ਨੇ, ਮੈਂ ਰਿਸਪੈਕਟ ਕਰਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਮੈਨੂੰ ਆਪਦਾ ਆਸ਼ੀਰਵਾਦ ਉਹ ਜ਼ਰੂਰ ਦੇਣਗੇ। ਅਸੀਂ ਨਹੀਂ ਤਾਂ 2 ਦਿਨਾਂ ਬਾਅਦ ਫੇਰ ਆ ਜਾਣਾ। ਮੋਸਟ ਵੈਲਕਮ। ਹਾਂ, ਜੇ ਉਹ ਨਾਲ ਨਹੀਂ ਆਉਂਦੇ, ਅਸੀਂ 2 ਦਿਨਾਂ ਬਾਅਦ ਫੇਰ ਇੰਟਰਵਿਊ ਕਰਨਾ ਚਾਹਾਂਗੇ। ਬਿਲਕੁਲ, ਤੁਸੀਂ ਕਦੋਂ ਵੀ ਆ, ਸਾਰਾ ਟਾਈਮ ਸਾਰੇ ਨਾਲ ਰਹੋ। ਤੁਸੀਂ ਦੇਖੋ ਕਿ ਕਿਸ ਹਿਸਾਬ ਦੇ ਨਾਲ ਲੋਕਾਂ ਦਾ ਮੈਨੂੰ ਪਿਆਰ ਤੇ ਆਸ਼ੀਰਵਾਦ ਮਿਲਦਾ ਪਿਆ। ਲੋਕਾਂ ਦੇ ਵਿੱਚ ਇੱਕ ਆਸ ਹੈਗੀ ਹੈ ਸਾਡੇ ਵਾਸਤੇ। ਮੈਂ ਫਿਰ ਕਹਿਣਾ ਚਾਹੁੰਦਾ ਹੈ ਕਿ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ, ਮੌਕਾ ਹੈ, ਸੁਨਹਿਰੀ ਮੌਕਾ ਹੈ ਕਿ ਸੀਐਮ ਚੰਨੀ ਸਾਹਿਬ ਆਪ ਸਾਡੇ ਜ਼ਿਲ੍ਹੇ ਵਿੱਚੋਂ ਇਲੈਕਸ਼ਨ ਲੜ ਰਹੇ ਨੇ। ਇਹ ਜਿਹਾ ਮੌਕਾ ਬਰਨਾਲੇ ਨੂੰ ਪਹਿਲੇ ਕਦੇ ਵੀ ਨਹੀਂ ਮਿਲਿਆ। ਹੁਣ ਸਮਾਂ ਆਇਆ ਹੈ, ਹੁਣ ਟਾਈਮ ਆਇਆ ਹੈ, ਸਹੀ ਮਾਨੇ 'ਚ ਹੁਣ ਬਰਨਾਲੇ ਦਾ ਟਾਈਮ ਆਇਆ ਹੈ ਕਿ ਸਾਡੇ ਇੱਥੇ ਦੇ ਕੰਮ ਹੁਣ ਹੋਣਗੇ, ਕਿਉਂਕਿ ਸੀਐਮ ਸਾਹਿਬ ਆਪ ਸਾਡੇ ਜ਼ਿਲ੍ਹੇ ਵਿੱਚੋਂ ਲੜ ਰਹੇ ਨੇ। ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਲੋਕੀ ਇਹ ਗੱਲ ਮੰਨਦੇ ਨੇ ਕਿ ਕਾਂਗਰਸ ਦੀ ਸਰਕਾਰ ਬਣਨੀ ਹੈ, ਇਸ ਕਰਕੇ ਲੋਕੀ ਅੱਜ ਕਾਂਗਰਸ ਦੇ ਵੱਲ ਦੇਖ ਰਹੇ ਨੇ। ਤੁਸੀਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਲੜ ਰਹੇ ਨੇ, ਵਿਧਾਨ ਸਭਾ ਹਲਕਾ ਭਦੌੜ ਤੋਂ ਲੜ ਰਹੇ ਨੇ ਚਰਨਜੀਤ ਸਿੰਘ ਚੰਨੀ, ਤੇ ਕੁਝ ਕੁ ਦੂਰੀ ਤੇ ਜਾ ਕੇ ਧੂਰੀ ਆਉਂਦਾ ਜਿੱਥੇ ਭਗਵੰਤ ਮਾਨ ਲੜ ਰਹੇ ਨੇ, ਤੇ ਉਸ ਦਾ ਫਾਇਦਾ ਵੀ ਮੀਤ ਹੇਅਰ ਨੂੰ ਮਿਲ ਸਕਦਾ ਹੈ। ਜੇ ਤੁਹਾਨੂੰ ਕਾਂਗਰਸ ਦਾ ਫਾਇਦਾ ਮਿਲਦਾ ਹੈ ਤਾਂ ਭਗਵੰਤ ਮਾਨ ਦੇ ਧੂਰੀ ਲੜਨ ਦਾ ਫਾਇਦਾ ਮੀਤ ਹੇਅਰ ਨੂੰ ਮਿਲ ਸਕਦਾ ਹੈ। ਮਾਨ ਸਾਹਿਬ ਨੂੰ ਲੋਕਾਂ ਨੇ ਵੇਖਿਆ ਹੈ, ਉਹ 8 ਸਾਲ ਤੋਂ ਇੱਥੋਂ ਦੇ ਐਮਪੀ ਰਹੇ ਨੇ, ਮੌਜੂਦਾ ਐਮਪੀ ਨੇ, ਉਹਨਾਂ ਨੇ ਕੁਝ ਕੰਮ ਨਹੀਂ ਕੀਤਾ। ਇਹ ਮੈਂ ਨਹੀਂ ਕਹਿ ਰਿਹਾ, ਅੱਜ ਦੀ ਜਨਤਾ ਇਹ ਆਵਾਜ਼ ਚੁੱਕਦੀ ਪਈ ਹੈ, ਇਹ ਸਵਾਲ ਪੁੱਛਦੀ ਪਈ ਹੈ। ਜਿੱਥੇ ਵੀ ਮੈਂ ਜਾਣਾ ਲੋਕੀ ਕਹਿੰਦੇ ਨੇ ਉਹ ਇੱਕ ਮੌਕਾ ਮੰਗਦੇ ਪਏ ਨੇ। ਲੋਕਾਂ ਨੇ ਉਹਨਾਂ ਨੂੰ 2014 ਵਿੱਚ, 2017 ਵਿੱਚ ਤੇ 19 ਵਿੱਚ 3 ਮੌਕੇ ਦਿੱਤੇ ਨੇ ਤੇ ਇੱਕ ਮੌਕਾ ਨਹੀਂ, 3 ਮੌਕੇ ਉਹ ਲੈ ਚੁੱਕੇ ਨੇ। ਲੋਕੀ ਜਾਣਦੇ ਨੇ ਉਹ ਐਮਪੀ ਸੀ, ਉਹਨਾਂ ਦਾ ਆਪਦਾ ਫੰਡ ਹੁੰਦਾ ਹੈ, ਉਹਨਾਂ ਨੇ ਇੱਕ ਨਵਾਂ ਪੈਸਾ ਬਰਨਾਲੇ ਵਿੱਚ ਨਹੀਂ ਲਾਇਆ, ਇੱਕ ਨਵਾਂ ਪੈਸਾ ਨਹੀਂ ਲਾਇਆ। ਇੱਥੇ ਕੁਛ ਤਾਂ ਫੰਡ ਦੇ ਸਕਦੇ ਸੀ, ਆਪਣਾ ਕੁਛ ਤਾਂ ਕੰਮ ਕਰਾ ਸਕਦੇ ਸੀ। ਮੈਂ ਜਿੱਥੇ ਵੀ ਗਿਆ ਲੋਕਾਂ ਨੇ ਮੈਨੂੰ ਇਹ ਕਿਹਾ ਹੈ ਕਿ ਉਹ ਆਏ ਸੀ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਇੱਥੇ ਪੈਸੇ ਲਾ ਕੇ ਜਾਣਗੇ, ਉਹਨਾਂ ਨੇ ਪੈਸਾ ਨਹੀਂ ਲਾਇਆ। ਤੇ ਇਸ ਕਰਕੇ ਜੇ ਆਪਾਂ ਚੰਨੀ ਜੀ ਦੀ ਗੱਲ ਕਰੀਏ, ਉਹਨਾਂ ਨੇ ਕੰਮ ਕਰਕੇ ਵਿਖਾਇਆ ਹੈ। ਲੋਕੀ ਜਾਣਦੇ ਨੇ ਕਿ ਉਹ ਕੰਮ ਕਰਦੇ ਨੇ, ਫਿਰ ਦੱਸਦੇ ਨੇ ਮੈਂ ਕੰਮ ਕੀਤਾ ਹੈ। ਲੋਕਾਂ ਦੇ ਮਨ 'ਚ ਇੱਕ ਉਮੀਦ ਹੈ, ਇੱਕ ਲਹਿਰ ਹੈ ਕਿ ਅੱਜ ਦੇ ਦਿਨ ਇਸ ਸੋਚ ਨੂੰ ਲੈ ਕੇ ਕਿ ਹਾਂ ਹੁਣ ਸਾਡੇ ਕੰਮ ਹੋਣਗੇ। ਲੋਕ ਕਹਿੰਦੇ ਨੇ, ਤੁਸੀਂ ਕੰਮਾਂ ਦੀ ਗੱਲ ਕੀਤੀ, ਅਸੀਂ ਬਰਨਾਲਾ ਦੇ ਲੋਕਾਂ ਦੇ ਨਾਲ ਗੱਲ ਕੀਤੀ, ਲੋਕ ਕਹਿੰਦੇ ਨੇ ਕਿ 5 ਸਾਲ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ, ਸਰਕਾਰ ਕਾਂਗਰਸ ਦੀ ਰਹੀ, ਹੁਣ ਫਿਰ ਤੁਸੀਂ ਵੋਟਾਂ ਕਿਹੜੇ ਆਧਾਰ ਤੇ ਮੰਗ ਰਹੇ ਹੋ? ਮੈਂ ਜੀ ਵੋਟਾਂ ਇਸ ਆਧਾਰ ਤੇ ਮੰਗਦਾ ਪਿਆ ਕਿ ਹੁਣ ਤੁਸੀਂ ਜਾਣਦੇ ਹੋ ਕਿ ਕਾਂਗਰਸ ਨੇ ਜਿਸ ਹਿਸਾਬ ਦੇ ਨਾਲ, ਮੈਂ ਕਹਿਣਾ ਚਾਹੁੰਦਾ ਕਿ ਕੰਮ ਕੀਤੇ ਨੇ ਚੰਨੀ ਸਾਹਿਬ ਨੇ ਪਿਛਲੇ 3-4 ਮਹੀਨੇ ਵਿੱਚ, ਸ਼ਾਇਦ ਇਹ ਜਿਹਾ ਕਦੇ ਵੀ ਨਹੀਂ ਹੋਇਆ। ਉਹਨਾਂ ਨੇ ਆਪਦਾ ਨਾਂ ਸਿਰਫ ਸਾਡੀ ਸਟੇਟ ਵਿੱਚ ਨਹੀਂ, ਪੂਰੇ ਹਿੰਦੁਸਤਾਨ ਵਿੱਚ ਬਣਾਇਆ ਹੈ। ਲੋਕੀ ਉਹਨਾਂ ਨੂੰ ਲੈ ਕੇ ਇੱਕ ਪੋਜ਼ਿਟਿਵ ਨੇ, ਉਹਨਾਂ ਦੇ ਮਨ 'ਚ ਇੱਕ ਫੀਲਿੰਗ ਹੈਗੀ ਕਿ ਹਾਂ ਸਾਡੇ ਕੋਲ ਇੱਕ ਬੰਦਾ ਇਹੋ ਜਿਹਾ ਹੁਣ ਆਇਆ ਹੈਗਾ ਜਿਹੜਾ ਕੰਮ ਕਰੇਗਾ। ਲੋਕੀ ਉਹਨਾਂ ਨੂੰ ਵੇਖ ਕੇ ਕਾਂਗਰਸ ਨੂੰ ਵੋਟ ਪਾਉਣਾ ਚਾਹੁੰਦੇ ਨੇ। ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਕਾਂਗਰਸ ਦੇ ਸਾਰੇ ਢਿੱਲੋਂ ਸਾਹਿਬ ਇੱਥੋਂ ਦੇ ਜਿਹੜੇ ਪਿਛਲੀ ਵਾਰ ਚੋਣ ਲੜਿਆ ਸੀ, ਉਹਨਾਂ ਲੋਕਾਂ ਵਿੱਚ ਮੌਜੂਦ ਹੋ ਕੇ ਕੰਮ ਵੀ ਕਰਾਏ ਨੇ। ਇੱਕ ਤੁਹਾਡੇ ਬਰਨਾਲੇ ਇੱਥੋਂ ਬਰਨਾਲੇ ਦਾ ਸਵਾਲ ਹੈ ਕਿ ਕੁਝ ਬਸਤੀਆਂ ਇਹੋ ਜਿਹੀਆਂ ਵੀ ਨੇ ਜਿੱਥੇ ਸਿਰਫ ਲੋਕਾਂ ਦੇ ਕੋਲੇ ਵੋਟਰ ਕਾਰਡ ਤਾਂ ਹੈਗੇ ਨੇ, ਪਰ ਸਹੂਲਤਾਂ ਦੇ ਨਾਮ ਤੇ ਕੁਝ ਨਹੀਂ। ਕੀ ਉਹ ਸਿਰਫ ਵੋਟਾਂ ਹੀ ਨੇ? ਨਹੀਂ ਜੀ, ਬਿਲਕੁਲ ਵੀ ਨਹੀਂ। ਇਹ ਜੇ ਬੜੇ ਇਲਾਕੇ ਨੇ, ਬਹੁਤ ਕੰਮ ਇੱਥੇ ਹੋਣ ਦੀ ਲੋੜ ਹੈ। ਤਾਂ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੇਰਾ ਇੱਕ ਹੀ ਮਿਸ਼ਨ ਹੈ, ਇੱਕ ਹੀ ਮਕਸਦ ਹੈ ਕਿ ਮੈਂ ਕੰਮ ਕਰਨਾ ਹੈ। ਇਹ ਚਾਹੁੰਦਾ ਦਾ ਰਿਜ਼ਲਟ ਜੋ ਮਰਜ਼ੀ ਹੋਵੇ, ਪਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਹੋਏਗਾ। ਲੋਕਾਂ ਦਾ ਬਹੁਤ ਆਸ਼ੀਰਵਾਦ ਤੇ ਪਿਆਰ ਮਿਲਦਾ ਪਿਆ। ਮੈਂ ਇੱਥੇ ਕੰਮ ਕਰਨ ਆਇਆ, ਮੈਂ ਲੋਕਾਂ ਵਿੱਚ ਰਹਿ ਕੇ ਇੱਥੇ ਕੰਮ ਕਰਨੇ ਨੇ। ਇਹ ਜਿਹੜੇ ਸਵਾਲ ਹੈ ਮੈਨੂੰ ਉਮੀਦ ਹੈ ਅਗਲੀ ਵਾਰੀ ਸ਼ਾਇਦ ਤੁਸੀਂ ਨਹੀਂ ਪੁੱਛੋਗੇ, ਕਿਉਂਕਿ ਤੁਹਾਨੂੰ ਲੱਗੇਗਾ ਕਿ ਹਾਂ ਅਸੀਂ ਕਾਂਗਰਸ ਪਾਰਟੀ ਨੇ ਮਿਲ ਜੁਲ ਕੇ ਇੱਥੇ ਕੰਮ ਕਰਾਏ ਨੇ। ਇੱਕ ਮੇਰਾ ਲਾਸਟ ਸਵਾਲ ਹੈ ਕਿ ਤੁਹਾਡੇ ਫਾਦਰ ਸਾਹਿਬ ਇੱਕ ਵੱਡੇ ਕਾਂਗਰਸੀ ਲੀਡਰ ਨੇ, ਮੰਤਰੀ ਰਹੇ ਨੇ ਕੈਬਨਿਟ ਦੇ ਵਿੱਚ, ਤੇ ਲੋਕ ਕਹਿੰਦੇ ਨੇ ਕਿ ਮਨੀਸ਼ ਬਾਂਸਲ ਇੱਥੋਂ ਉਤਰ ਤੇ ਗਏ ਨੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਨੂੰ ਪੈਰਾਸ਼ੂਟ ਕੈਂਡੀਡੇਟ ਕਹਿੰਦੇ ਨੇ, ਉਹ ਕਹਿੰਦੇ ਨੇ ਉਤਰੇ ਜ਼ਰੂਰ ਨੇ, ਪਰ ਉਹਨਾਂ ਦੀ ਯੋਗਤਾ ਕੀ ਹੈ? ਉਹਨਾਂ ਦੀ ਯੋਗਤਾ ਸਿਰਫ ਉਹਨਾਂ ਦੇ ਫਾਦਰ ਸਾਹਿਬ ਪਵਨ ਬਾਂਸਲ ਨੇ। ਦੇਖੋ ਜੀ, ਦੇयर इज ਆਲਵੇਜ਼ ਅ ਸਟਾਰਟ। ਮੈਂ ਕੋਈ ਇੱਥੇ, ਮੈਂ ਜਿਵੇਂ ਪਹਿਲਾਂ ਵੀ ਕਿਹਾ, ਮੈਂ ਰਾਜਨੀਤੀ ਕਰਨ ਨਹੀਂ ਆਇਆ, ਮੈਂ ਇੱਥੇ ਸੇਵਾ ਕਰਨ ਆਇਆ। ਠੀਕ ਹੈ, ਤੁਸੀਂ ਇਲੈਕਸ਼ਨ 'ਚ ਆਉਂਦੇ ਹੋ, ਵਿਰੋਧੀ ਦਲ ਹੈਗੇ ਨੇ, ਉਹਨਾਂ ਨੇ ਕੁਝ ਤਾਂ ਕਹਿਣਾ ਹੈ, ਉਹਨਾਂ ਕੋਲ ਕੁਝ ਨਹੀਂ ਹੈ ਕਹਿਣ ਨੂੰ।
ਉਹਨਾਂ ਨੇ ਕੰਮ ਕੀਤੇ ਨਹੀਂ। ਜੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਸੀਂ 5 ਕੰਮ ਵੀ ਗਿਣਾ ਸਕਦੇ ਹੋ, ਉਹ ਕਹਿੰਦੇ ਜੀ ਉਹ ਬਾਹਰਲਾ ਹੈ। ਉਹ ਆਨਸਰ ਇਹ ਦਿੰਦੇ ਨੇ, ਉਹਨਾਂ ਕੋਲ ਕੁਝ ਕਹਿਣ ਨੂੰ ਹੈ ਨਹੀਂ। ਮੈਂ ਇਹ ਮੇਰੀ ਮਿੱਟੀ ਹੈ, ਮੇਰੀ ਜੜ੍ਹਾਂ ਨੇ, ਮੈਂ ਨਹੀਂ ਕਹਿ ਰਿਹਾ, ਲੋਕੀ ਕਹਿ ਰਹੇ ਨੇ। ਜੇ ਆਪਾਂ ਗੱਲ ਕਰੀਏ ਕੰਮਾਂ ਦੀ, ਜਦੋਂ ਮੇਰੇ ਫਾਦਰ ਸਾਹਿਬ ਰੇਲ ਮੰਤਰੀ ਸੀਗੇ, ਉਸ ਸਮੇਂ ਤਾਂ ਸਾਡਾ ਕਿਸੇ ਦਾ ਕੋਈ ਵਿਚਾਰ ਨਹੀਂ ਸੀਗਾ, ਜਾਂ ਨਾ ਸਾਨੂੰ ਪਾਰਟੀ ਨੇ ਜ਼ਿੰਮੇਵਾਰੀ ਲਾਈ ਸੀ ਕਿ ਅਸੀਂ ਜਾ ਕੇ ਇਲੈਕਸ਼ਨ ਲੜੀਏ। ਉਹਨਾਂ ਨੇ ਉਸ ਸਮੇਂ ਵੀ ਬਰਨਾਲੇ ਵਾਸਤੇ ਜੋ ਕੰਮ ਕੀਤੇ ਨੇ ਸਾਰੇ ਜਾਣਦੇ ਨੇ। ਮੈਂ ਇਹ ਇਸ ਕਰਕੇ ਕਹਿ ਰਿਹਾ ਕਿ ਸਾਡੇ ਅੰਦਰ ਭਾਵ ਜਿਹੜਾ ਹੈਗਾ ਉਹ ਸੇਵਾ ਦਾ ਹੈਗਾ, ਕੋਈ ਰਾਜਨੀਤੀ ਦਾ ਪੋਸਟ ਤਾਂ ਨਹੀਂ ਹੈਗਾ। ਲੋਕਾਂ ਨੇ ਵੇਖ ਲਿਆ ਕਿ ਜਿਹੜੇ ਜੋ ਆਪਦੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਲੋਕਲ ਹਾਂ, ਉਹਨਾਂ ਨੇ ਕੀ ਕੰਮ ਕੀਤੇ ਨੇ। ਉਹਨਾਂ ਨੇ ਕੁਝ ਨਹੀਂ ਕੀਤਾ। ਤੇ ਮੈਂ ਤੁਹਾਡੇ ਰਾਹੀਂ ਸਭ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿ ਮੈਂ ਇੱਥੇ ਆ ਗਿਆ, ਭਾਵੇਂ ਆਇਆ ਹੁਣ ਹੈ, ਲੇਕਿਨ ਮੈਂ ਫੇਰ ਕਹਿਣਾ देयर इज ऑलवेज अ स्टार्ट। ਰਾਜਨੀਤਿਕ ਜੇ ਕੋਈ ਕਰੀਅਰ ਆਪਣਾ ਸ਼ੁਰੂ ਕਰਦਾ ਹੈ ਜਾਂ ਕੋਈ ਚੋਣ ਲੜਦਾ ਹੈ, देयर हैज़ टू बी अ फर्स्ट टाइम। ਮੇਰਾ ਫਰਸਟ ਟਾਈਮ ਉਹ ਹੁਣ ਹੈਗਾ। ਇੱਕ ਮੇਰਾ ਲਾਸਟ ਸਵਾਲ ਪਾਰਟੀ ਨੂੰ ਲੈ ਕੇ, ਕਾਂਗਰਸ ਪਾਰਟੀ ਦੀ ਕਰੀਬ 19 ਸੀਟਾਂ ਤੇ ਬਗਾਵਤ ਆਪਣੇ ਦੇ ਵੱਲੋਂ ਕਰਤੀ, ਕਿਉਂਕਿ ਜਾਂ ਤਾਂ ਟਿਕਟ ਕੱਟੀ ਗਈ, ਜਾਂ ਕੀ ਹੋ ਰਿਹਾ ਕਿ ਉਹ ਆਜ਼ਾਦ ਦੇ ਤੌਰ ਤੇ ਲੜ ਰਹੇ ਨੇ, ਜਾਂ ਫਿਰ ਵਿਰੋਧ ਕਰ ਰਹੇ ਨੇ। ਬਰਨਾਲਾ ਦੇ ਵਿੱਚ ਵੀ ਅਜਿਹਾ ਹੀ ਹੈ, ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟੀ ਗਈ, ਵਿਰੋਧ ਤੇ ਨੇ। 19 ਸੀਟਾਂ ਤੇ ਕਾਂਗਰਸ ਕਿਸ ਤਰ੍ਹਾਂ ਦੇ ਨਾਲ ਅੱਗੇ ਜਾ ਸਕਦੀ ਹੈ? ਕੋਈ ਪਲਾਨ ਹੈ ਕਾਂਗਰਸ ਦੇ ਕੋਲ ਕਿ ਆ ਸਾਡੀਆਂ 19 ਸੀਟਾਂ ਨੇ, ਇੱਥੇ ਸਾਡੇ ਆਪਣੇ ਹੀ ਵਿਰੋਧੀ ਨੇ, ਅਸੀਂ ਇਸ ਸੀਟ ਨੂੰ ਉੱਪਰ ਕਿਵੇਂ ਚੁੱਕਣਾ? ਕਿਉਂਕਿ ਵਿਰੋਧ ਦਾ ਨੁਕਸਾਨ ਜ਼ਾਹਿਰ ਹੈ ਹੁੰਦਾ। ਦੇਖੋ ਜੀ, ਇਹ ਲੋਕਾਂ ਤੇ ਡਿਪੈਂਡ ਕਰਦਾ ਹੈ। ਲੋਕੀ ਅੱਜ ਕੱਲ੍ਹ ਸਮਝਦੇ ਨੇ ਕਿ ਕੋਈ ਵਿਅਕਤੀ ਜਾਂ ਸਾਡਾ ਸਾਥੀ 4 ਦਿਨ ਪਹਿਲਾਂ ਅਗਰ ਕਾਂਗਰਸ ਦੀ ਟਿਕਟ ਮੰਗਦਾ ਪਿਆ ਸੀ ਔਰ 4 ਦਿਨ ਬਾਅਦ ਟਿਕਟ ਨਹੀਂ ਮਿਲੀ, ਉਹ ਕਾਂਗਰਸ ਦੇ ਅਗੇਂਸਟ ਖੜਾ ਹੋ ਕੇ ਨੋਮੀਨੇਸ਼ਨ ਫਾਈਲ ਕਰਕੇ ਚੋਣ ਲੜ ਰਿਹਾ ਹੈ, ਤੇ ਲੋਕੀ ਸਮਝਦੇ ਨੇ ਕਿ ਉਹਨਾਂ ਦਾ ਜਿਹੜਾ ਦਾਇਰਾ, ਮਕਸਦ, ਸੋਚ ਸਿਰਫ ਇਲੈਕਸ਼ਨ ਲੜਨਾ ਸੀ। ਵੋਟਰ ਇਸ ਤਰ੍ਹਾਂ ਨਹੀਂ ਘੁੰਮਦਾ। ਵੋਟਰ ਨੂੰ ਪਤਾ ਹੈ ਮੈਂ ਕਿਹਨੂੰ ਵੋਟ ਪਾਣੀ ਹੈ, ਵੋਟਰ ਨੂੰ ਪਤਾ ਹੈ ਮੈਂ ਕਿਹੜੀ ਪਾਰਟੀ ਨੂੰ ਚੁਣਨਾ ਹੈ। ਵੋਟਰ ਇਜ਼ ਐਜੂਕੇਟਿਡ, ਵੋਟਰ ਗੁੰਮਰਾਹ ਨਹੀਂ ਹੁੰਦਾ। ਤੇ ਮੈਨੂੰ ਲੱਗਦਾ ਹੈ ਕਿ ਇਹ ਕੈਂਡੀਡੇਟ ਤੇ ਵੀ ਡਿਪੈਂਡ ਕਰਦਾ ਹੈ ਕਿ ਜਿਹੜੇ ਉਹਦੇ ਵਿਰੋਧੀ ਦਰ ਨੇ ਉਹਨੂੰ ਕਿਵੇਂ ਉਹ ਨਾਲ ਲੈ ਕੇ ਚੱਲਦਾ ਹੈ। ਤੇ ਜੇ ਮੈਂ ਸਮਝਦਾ ਕਿ ਜੇ ਕੋਈ ਇੱਕ ਬੰਦਾ ਕਿਸੇ ਕਾਰਨ ਨਾਰਾਜ਼ ਹੋ ਕੇ ਤੁਹਾਡੇ ਨਾਲ ਨਹੀਂ ਲੱਗਦਾ, ਤੇ ਪਰਮਾਤਮਾ ਦੀ ਕਿਰਪਾ ਹੋਵੇ 10 ਬੰਦੇ ਨਾਲ ਹੋਰ ਵੀ ਜੁੜਦੇ ਨੇ। ਮਨੀਸ਼ ਬਾਂਸਲ ਪੂਰੀ ਤਰ੍ਹਾਂ ਤਿਆਰ ਨੇ? ਪੂਰੀ ਤਰ੍ਹਾਂ ਤਿਆਰ ਨੇ ਮੈਮ। ਆ ਗਏ ਅਸੀਂ ਇੱਥੇ ਵਿੱਚ ਰਹਿ ਕੇ ਕੰਮ ਕਰਾਣੇ ਨੇ। ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ। ਧੰਨਵਾਦ। ਇਹ ਸਨ ਸਾਡੇ ਨਾਲ ਮਨੀਸ਼ ਬਾਂਸਲ, ਜੋ ਬਰਨਾਲਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨੇ। ਉਹਨਾਂ ਨੇ ਆਪਣੇ ਚੋਣ ਏਜੰਡੇ ਦੱਸੇ ਨੇ ਤੇ ਨਾਲ ਹੀ ਦੱਸਿਆ ਕਿ ਕੀ ਕੁਝ ਨੀਤੀਆਂ ਪਾਰਟੀ ਦੀਆਂ ਰਹਿਣਗੀਆਂ। ਕੈਮਰਾਮੈਨ ਦਰਸ਼ੀ ਤੇ ਸਹਿਯੋਗੀ ਲਖਵਿੰਦਰ ਸਿੰਘ ਦੇ ਨਾਲ ਮੈਂ ਜਸਮੀਤ ਕੌਰ, ਬਰਨਾਲਾ।